ਉਸ ਤੋਂ ਬਾਅਦ ਮੈਂ ਆਪਣੀ ਪਾਰਟੀ ਲੈਵਲ ਤੇ ਸਾਡੇ ਕੁਝ ਵਿਦਰੋਹੀ ਜਥੇਬੰਦੀਆਂ ਹਨ ਉਹਨਾਂ ਵਿੱਚ ਵੀ ਗੱਲ ਕੀਤੀ ਸੀ। ਖਾਲਸਾ ਗੋਲਗੀਵਾਲ ਤੇ ਜਿਹੜੇ ਮੇਰੇ ਸਹਿਯੋਗੀ ਸਨ ਉਹਨਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬਾਣੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਰੇ ਕੈਂਡੀਡੇਟਾਂ ਦਾ ਕੋਸ਼ਿਸ਼ ਕੀਤੀ ਹੈ ਕਿ ਇੰਟਰਵਿਊ ਲਿਆ ਜਾਏ ਔਰ ਉਹਨਾਂ ਦੇ ਵਿਚਾਰ ਸੁਣੇ ਜਾਣ ਔਰ ਇਹ ਕਿ ਸਾਡਾ ਖਾਸ ਕਰਕੇ ਸਿੱਖ ਕੌਮ ਦਾ ਇੱਕ ਅੱਛਾ ਚੈਨਲ ਹੈ ਜਿਹੜਾ ਕਿ ਸਾਰੀਆਂ ਮਤਲਬ ਕਿ ਇਹਨਾਂ ਦੀਆਂ ਜਿੰਨੀਆਂ ਵੀ ਸਾਡੀਆਂ ਸੇਵਾਵਾਂ ਹਨ ਉਹ ਲੋਕਾਂ ਤੱਕ ਪਹੁੰਚਾਉਂਦੇ ਹਨ। ਮੈਂ ਆਸ ਕਰਦਾ ਕਿ 27 ਤਰੀਕ ਨੂੰ 7 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੀ ਇਹ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ ਆਪ ਪੂਰਾ ਮਤਲਬ ਕਿ ਸਹਿਯੋਗ ਕਰੋ ਔਰ ਵੱਧ ਤੋਂ ਵੱਧ ਮੈਂ ਕਹੀ ਤੁਸੀਂ ਆਪਣਾ ਕੋਈ ਨਵਾਂ ਚਿਹਰਾ ਮਤਲਬ ਕਿ ਕਰੋ। ਲੇਕਿਨ ਉਹਨਾਂ ਨੇ ਕਿਹਾ ਸੀ ਜਿਹੜਾ ਤੁਸੀਂ ਬੀੜਾ ਚੁੱਕਿਆ ਹੈ ਇਸ ਬੀੜੇ ਨੂੰ ਪੂਰਾ ਕਰਨ ਵਾਸਤੇ ਤੁਹਾਨੂੰ ਅਸੀਂ ਇਹ ਮੌਕਾ ਦੇਵਾਂਗੇ। ਮਾਨ ਸਾਹਿਬ ਦੇ ਆਸ਼ੀਰਵਾਦ ਨਾਲ ਔਰ ਮਾਨ ਸਾਹਿਬ ਨੇ ਵੀ ਕਿਹਾ ਕਿ ਨਹੀਂ ਤੂੰ ਲੜਨੀ ਹੈ ਇਲੈਕਸ਼ਨ ਤੇ ਮੈਂ ਇਸ ਵਾਸਤੇ ਇਲੈਕਸ਼ਨ ਇਹ ਲੜ ਰਿਹਾ। ਅਸੀਂ ਕੋਸ਼ਿਸ਼ ਕੀਤੀ ਹੈ ਪਿੰਡਾਂ ਵਿੱਚ ਉਦੋਂ ਕਿ ਲੋਕਾਂ ਨੂੰ ਗੁਰਦੁਆਰਿਆਂ ਨੂੰ ਅਸੀਂ ਮਾਲੀ ਸਹਾਇਤਾ ਕੀਤੀ ਹੈ ਲੇਕਿਨ ਜਿਹੜਾ ਸਾਡਾ ਫਰਜ਼ ਸੀ ਧਰਮ ਪ੍ਰਚਾਰ ਦਾ ਉਹ ਅਸੀਂ ਨਹੀਂ ਕਰ ਸਕੇ ਕਿ ਜਿਹੜੀਆਂ ਮੇਰੀਆਂ ਸੇਵਾਵਾਂ ਰਹੀਆਂ ਨੇ ਉਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਦਾ ਗੁਰੂ ਘਰ ਦੀ ਜਿਹੜੀ ਸੇਵਾ ਲੋਕ ਕਰਦੇ ਹਨ ਉਸ ਨੂੰ ਸਹੀ ਤਰੀਕੇ ਦਾ ਕੀਤਾ ਜਾਏ ਹਰ ਇੱਕ ਪਿੰਡ ਵਿੱਚ ਔਰ ਨਾਲ ਹੀ ਅਸੀਂ ਅੰਮ੍ਰਿਤ ਸੰਚਾਰ ਵੀ ਕਰਾਇਆ ਜਾਏਗਾ ਤਾਂ ਕਿ ਉਹਦਾਂ ਜਿਹੜੀ ਕੌਮ ਹੈ ਜਾਗਰੂਕ ਹੋ ਸਕੇ। ਜਿੱਥੇ ਅਸੀਂ ਵਿਡੋ ਵਾਸਤੇ ਕੀਤਾ ਹੈ ਉੱਥੇ ਜਿਹੜੇ ਸਾਡੇ ਉਧਰ ਕੀ ਹੈ ਗਰੀਬ ਬੱਚੇ ਨੇ ਜਿਹੜੇ ਕਿ ਆਪਣਾ ਨਹੀਂ ਉਧਰ ਪੜ੍ਹ ਸਕਦੇ ਉਹਨਾਂ ਵਾਸਤੇ ਵੀ ਅਸੀਂ ਜਿਹੜੀ ਹਾਇਰ ਐਜੂਕੇਸ਼ਨ ਹੈ ਔਰ ਕਈ ਬੱਚੇ ਨਹੀਂ ਉਧਰ ਕੀ ਹੈ ਉਹ ਐਫਰਟ ਕਰ ਸਕਦੇ ਨੇ ਅਸੀਂ ਉਹਨਾਂ ਵਾਸਤੇ ਵੀ ਪੂਰਾ ਸਹਿਯੋਗ ਕਰਾਂਗੇ ਉਹਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਰਵਿੰਦਰ ਸਿੰਘ ਵੱਲੋਂ ਮੈਂ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੇ ਚੋਣ ਹਨ ਉਹਨਾਂ ਨੂੰ ਕੁਝ ਜ਼ਿਆਦਾ ਟਾਈਮ ਨਹੀਂ ਰਹਿ ਗਿਆ, ਸਿਰਫ 1-2 ਦਿਨ ਦਾ ਵਕਤ ਹੀ ਰਹਿ ਗਿਆ ਹੈ। ਆਪਾਂ ਸਾਡੀ ਇਹੀ ਕੋਸ਼ਿਸ਼ ਰਹੀ ਹੈ ਕਿ ਹਰ ਇੱਕ ਨੁਮਾਇੰਦੇ ਤੱਕ ਤੁਹਾਨੂੰ ਪਹੁੰਚਾਈਏ ਅਤੇ ਉਹਨਾਂ ਦੇ ਵਿਚਾਰ ਤੁਹਾਡੇ ਤੱਕ ਰੱਖੀਏ ਤਾਂ ਕਿ ਜਦੋਂ ਇਲੈਕਸ਼ਨ ਦਾ ਟਾਈਮ ਹੋਏ ਤਾਂ ਤੁਸੀਂ ਆਪਣੀ ਜਿਹੜੀ ਵੋਟ ਹੈ ਇੱਕ ਅੱਛੇ ਨੁਮਾਇੰਦੇ ਗੁਰਸਿੱਖ ਤੱਕ ਆਪਣੀ ਵੋਟ ਜਿਹੜੀ ਹੈ ਦੇ ਕੇ ਉਹਨਾਂ ਨੂੰ ਜਿਤਾ ਸਕੋ। ਤੇ ਇੱਦਾਂ ਹੀ ਅੱਜ ਆਪਾਂ ਆਏ ਹਾਂ ਸਰਦਾਰ ਦਰਵਿੰਦਰ ਸਿੰਘ ਜੀ ਕੋਲ ਜਿਹੜੇ ਕਿ ਨੋਮੀਨੇਸ਼ਨ ਜਿਨ੍ਹਾਂ ਨੇ ਆਪਣਾ ਫਾਈਲ ਕੀਤਾ ਹੈ ਅਤੇ ਇਹਨਾਂ ਕੋਲ ਟਾਈਮ ਵੀ ਘੱਟ ਹੈ ਔਰ ਜਿਹੜੇ ਪ੍ਰਚਾਰ ਦੇ ਵਿੱਚ ਸਾਰੇ ਹੀ ਉਲਝੇ ਹੋਏ ਹਨ ਅਤੇ ਬੜਾ ਹੀ ਜਿਹੜਾ ਵਕਤ ਹੈ ਜਿਹੜਾ ਸੀ ਬੜੀ ਹੀ ਮੁਸ਼ਕਿਲ ਨਾਲ ਲਿਆ ਤੇ ਇਹਨਾਂ ਦੇ ਕਰਕੇ ਆਪਾਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਵੀਰ ਜੀ। ਅਤੇ ਸਭ ਤੋਂ ਪਹਿਲਾਂ ਤਾਂ ਇੱਕ ਬਾਣੀ ਚੈਨਲ ਦੇ ਉੱਪਰ ਤੁਹਾਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਵਿਚਾਰ ਜਿਹੜੇ ਇੱਕ ਬਾਣੀ ਚੈਨਲ ਦੇ ਉੱਪਰ ਰੱਖੋ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬਾਣੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਰੇ ਕੈਂਡੀਡੇਟਾਂ ਦਾ ਕੋਸ਼ਿਸ਼ ਕੀਤੀ ਹੈ ਕਿ ਇੰਟਰਵਿਊ ਲਿਆ ਜਾਏ ਔਰ ਉਹਨਾਂ ਦੇ ਵਿਚਾਰ ਸੁਣੇ ਜਾਣ ਔਰ ਇਹ ਕਿ ਸਾਡਾ ਖਾਸ ਕਰਕੇ ਸਿੱਖ ਕੌਮ ਦਾ ਇੱਕ ਅੱਛਾ ਚੈਨਲ ਹੈ ਜਿਹੜਾ ਕਿ ਸਾਰੀਆਂ ਮਤਲਬ ਕਿ ਇਹਨਾਂ ਦੀਆਂ ਜਿੰਨੀਆਂ ਵੀ ਸਾਡੀਆਂ ਸੇਵਾਵਾਂ ਹਨ ਉਹ ਲੋਕਾਂ ਤੱਕ ਪਹੁੰਚਾਉਂਦੇ ਹਨ। ਇਸ ਵਾਸਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਜਿੱਥੇ ਤੱਕ ਗੁਰਦੁਆਰਾ ਇਲੈਕਸ਼ਨਾਂ ਦਾ ਸਵਾਲ ਹੈ ਮੈਂ ਪਹਿਲਾਂ ਵੀ DGPC ਦਾ ਮੈਂਬਰ ਔਰ ਕੈਸ਼ੀਅਰ ਰਹਿ ਚੁੱਕਾ ਹਾਂ ਔਰ ਆਪ ਜੀ ਸਾਰੇ ਹੀ ਜਾਣਦੇ ਹੋ ਕਿ ਜਿਹੜੀਆਂ ਮੇਰੀਆਂ ਸੇਵਾਵਾਂ ਰਹੀਆਂ ਨੇ ਉਹਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਦਾ ਗੁਰੂ ਘਰ ਦੀ ਜਿਹੜੀ ਸੇਵਾ ਲੋਕ ਕਰਦੇ ਹਨ ਉਸ ਨੂੰ ਸਹੀ ਤਰੀਕੇ ਦਾ ਕੀਤਾ ਜਾਏ ਔਰ ਉਸ ਦਾ ਫਾਇਦਾ ਅਸੀਂ ਸੰਗਤ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਕਿ ਖਾਸ ਕਰਕੇ ਲੋਕਲ ਗੁਰਦੁਆਰਿਆਂ ਦੇ ਵਿੱਚ ਅਸੀਂ ਕਾਫੀ ਮਾਇਆ ਦੇ ਸਕੇ ਹਾਂ ਜਿਹੜੀ ਕਿ ਉਹਨਾਂ ਦੀ ਮਦਦ ਕਰਕੇ ਔਰ ਕਈ ਵੀ ਤਾਂ ਸਾਡੀਆਂ ਬਿਲਡਿੰਗਾਂ ਬਣਦੀਆਂ ਸਨ ਉਹਦੇ ਵਿੱਚ ਹੀ ਇਹ ਸਹਿਯੋਗ ਕੀਤਾ ਹੈ ਔਰ ਆਪ ਸਾਰੇ ਜਾਣਦੇ ਹੋ। ਔਰ ਕੁਝ ਸਾਡੇ ਮਸਲੇ ਐਸੇ ਵੀ ਹਨ ਜਿਹੜੇ ਕਿ ਖਾਸ ਕਰਕੇ ਸਾਡੀ ਕੁਝ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਹਨ ਉਹ ਖੁਰਦ-ਬੁਰਦ ਹੋਈਆਂ ਹਨ ਉਹਨਾਂ ਨੂੰ यहाँ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਕਾਗਜ਼ ਸ਼ਾਹੀ ਕਢਵਾਏ ਹਨ ਔਰ ਆਪ ਜੀ ਨੂੰ ਪਹਿਲੇ ਵੀ ਭਲੀ ਭਾਂਤ ਦੱਸਿਆ ਹੈ ਕਿ ਸਾਡੀਆਂ ਕੁਝ 245 ਕਨਾਲ ਜ਼ਮੀਨ ਹੈ ਮਹਾਰਾਣੀ ਚਾਂਦ ਕੌਰ ਦੇ ਵਿੱਚ ਔਰ ਉਸ ਦੇ ਜਿਹੜੇ ਕਾਗਜ਼ ਨਹੀਂ ਮਿਲ ਰਹੇ ਸਨ ਉਹ ਹਾਂ ਕੋਸ਼ਿਸ਼ ਕੀਤੀ ਹੈ ਕਿ ਉਹਦੇ ਕਾਗਜ਼ ਹੀ ਕਢਾਏ ਹਨ ਔਰ ਉਹ ਇੱਕ ਖਾਲਸਾ ਸਰਕਾਰ ਜ਼ਮੀਨ ਸੀ ਜਿਹਨੂੰ ਕਿ ਨਜ਼ੂਲ ਦੇ ਵਿੱਚ ਇਹਨਾਂ ਟ੍ਰਾਂਸਫਰ ਕਰਾ ਕੇ ਇੱਕ ਟਰਸਟ ਬਣਾ ਕੇ ਆਪਣੇ ਨਾਮ ਕਰਵਾਇਆ ਗਿਆ ਹੈ ਔਰ ਖਾਸ ਕਰਕੇ ਜਿਤਨੇ ਵੀ ਮਾਲ ਬਣੇ ਹਨ ਉਹ ਸਾਰੇ ਹੀ ਇਹਨਾਂ ਨੇ ਖੁਰਦ-ਬੁਰਦ ਕਰਕੇ ਪੈਸੇ ਦੀ ਬਟੋਰ ਕੀਤੀ ਹੈ, ਲੱਖਾਂ ਨਹੀਂ ਕਰੋੜਾਂ ਅਰਬਾਂ ਰੁਪਏ ਦੀ। ਇਸ ਵਾਸਤੇ ਹੁਣ ਜਿਹੜੀ ਅਸੀਂ ਰਹਿ ਗਈ ਹੈ ਥੋੜ੍ਹੀ ਜਿਹੀ ਜ਼ਮੀਨ ਅਸੀਂ ਇਹ ਚਾਹੁੰਦੇ ਹਾਂ ਕਿਉਂਕਿ ਇੱਕ ਸਾਡੀ ਕੌਮ ਦੇ ਵੀ 2 ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੁੰਦਾ ਹੈ, ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ
ਔਰ ਇਹ ਜਿਹੜੀ ਜਗ੍ਹਾ ਸਾਡੀ ਹੈ, ਇਹ ਸਾਡੀ ਨਹੀਂ ਹੈ। ਅੱਜ ਦੇ ਕਾਗਜ਼ ਜਿਹੜੇ ਬੋਲਦੇ ਹਨ ਉਹ ਸਾਡੇ ਨਾਲ ਨਹੀਂ ਬੋਲਦੇ। ਇੱਕ ਟਰਸਟ ਹੈ, ਉਹਦੇ ਨਾਮ ਬੋਲ ਰਹੇ ਹਾਂ। ਔਰ ਉਹਦੇ ਨਾਂ 'ਤੇ ਬੋਲਣ ਦੇ ਬਾਵਜੂਦ ਅਸੀਂ ਇੱਕ ਚੀਜ਼ ਇਹ ਚਾਹੁੰਦੇ ਹਾਂ ਕਿ ਕੱਲ੍ਹ ਸਾਨੂੰ ਸਾਰੀ ਕੌਮ ਨੂੰ ਬਹੁਤ ਹੀ ਪ੍ਰੋਬਲਮ ਪਏਗੀ ਜਦੋਂ ਕਿ ਕੱਲ੍ਹ ਉੱਥੇ ਕੋਈ ਕੰਸਟਰਕਸ਼ਨ ਹੋ ਜਾਏਗੀ। ਔਰ ਉਸ ਤੋਂ ਬਾਅਦ ਜਿਹੜੇ ਅਸੀਂ ਫੰਕਸ਼ਨ ਕਰਦੇ ਹਾਂ, ਸਾਡੇ ਕੋਲ ਕੋਈ ਐਸੀ ਪਲੇਸ ਨਹੀਂ ਹੈ ਕਿ ਜਿੱਥੇ ਅਸੀਂ ਇਹ ਫੰਕਸ਼ਨ ਕਰੀਏ। ਔਰ ਮੇਰੀ ਇਹ ਆਵਾਜ਼ ਮੈਂ ਉਠਾਉਂਦਾ ਰਿਹਾ ਹਾਂ ਔਰ ਉਠਾਉਂਦਾ ਰਹਾਂਗਾ। ਔਰ ਖ਼ਾਸ ਕਰਕੇ ਮਹਾਰਾਜ ਨੇ ਚਾਹਿਆ ਅਤੇ ਖ਼ਾਸ ਕਰਕੇ ਜਿਹੜੀ ਸਾਡੀ ਇਹ ਜਗ੍ਹਾ ਹੈ, ਹੁਣ ਮੇਰਾ ਐਮ ਮੇਰਾ ਐਮ ਨਹੀਂ ਸੀ ਕਿ ਮੈਂ ਇਲੈਕਸ਼ਨ ਲੜਾਂ। ਮੈਂ ਮਾਨ ਸਾਹਿਬ ਨੂੰ ਵੀ ਕਹਿ ਦਿੱਤਾ ਸੀ ਕਿ ਮੈਂ ਇਲੈਕਸ਼ਨ, ਮਾਨ ਸਾਹਿਬ ਨੇ ਮੈਨੂੰ ਅੱਜ ਤੋਂ 2-3-2.5 ਮਹੀਨੇ ਪਹਿਲੇ ਕਹਿ ਦਿੱਤਾ ਸੀ ਕਿ ਤੂੰ ਇਲੈਕਸ਼ਨ ਲੜਨੀ ਹੈ ਔਰ ਤੂੰ ਆਪਣੀ ਤਿਆਰੀ ਕਰ। ਲੇਕਿਨ ਮੈਂ ਉਹਨਾਂ ਨੂੰ ਕਿਹਾ ਸੀ ਨਹੀਂ। ਉਸ ਤੋਂ ਬਾਅਦ ਮੈਂ ਆਪਣੀ ਪਾਰਟੀ ਲੈਵਲ 'ਤੇ ਸਾਡੇ ਕੁਝ ਵਿਦਰੰਗ ਜਥੇਬੰਦੀਆਂ ਹਨ, ਉਹਨਾਂ ਵਿੱਚ ਵੀ ਗੱਲ ਕੀਤੀ ਸੀ। ਖਾਸ ਕਰਕੇ ਗੋਲਗੀਵਾਲ ਦੇ ਜਿਹੜੇ ਮੇਰੇ ਸਹਿਯੋਗੀ ਸਨ, ਉਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਆਪਣਾ ਕੋਈ ਨਵਾਂ ਚਿਹਰਾ ਉਹਦੇ ਨਾਲ ਕਰੋ। ਲੇਕਿਨ ਉਹਨਾਂ ਨੇ ਕਿਹਾ ਸੀ ਜਿਹੜਾ ਤੁਸੀਂ ਬੀੜਾ ਚੁੱਕਿਆ ਹੈ, ਇਸ ਬੀੜੇ ਨੂੰ ਪੂਰਾ ਕਰਨ ਵਾਸਤੇ ਤੁਹਾਨੂੰ ਅਸੀਂ ਇਹ ਮੌਕਾ ਦੇਵਾਂਗੇ। ਔਰ ਉਹਨਾਂ ਦੀ ਕਹਿਣ 'ਤੇ ਫਿਰ ਮਾਨ ਸਾਹਿਬ ਦੇ ਆਸ਼ੀਰਵਾਦ ਨਾਲ, ਔਰ ਮਾਨ ਸਾਹਿਬ ਨੇ ਵੀ ਕਿਹਾ ਕਿ ਨਹੀਂ ਤੂੰ ਲੜਨੀ ਹੈ ਇਲੈਕਸ਼ਨ, ਅਤੇ ਮੈਂ ਇਸ ਵਾਸਤੇ ਇਲੈਕਸ਼ਨ ਇਹ ਲੜ ਰਿਹਾ ਹਾਂ। ਤੇ ਬਿਲਕੁਲ ਜਿੱਦਾਂ ਕਿ ਤੁਸੀਂ ਆਪਣੇ ਵਿਚਾਰ ਇਕਬਾਣੀ ਚੈਨਲ ਤੇ ਰੱਖੇ ਨੇ ਅਤੇ ਬੜਾ ਹੀ ਜਿਹੜਾ ਮੇਨ ਮੁੱਦਾ ਉਹਦੇ ਉੱਪਰ ਤੁਸੀਂ ਆਪਣੀ ਰੋਸ਼ਨੀ ਪਾਈ ਹੈ, ਜਿੱਦਾਂ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਜ਼ਮੀਨਾਂ ਦੇ ਉੱਪਰ ਹੋ ਗਿਆ। ਲੇਕਿਨ ਆਪਾਂ ਵੀ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਦਰਸ਼ਕ ਹਨ ਉਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾ ਸਕੀਏ ਅਤੇ ਉਹਨਾਂ ਨੂੰ ਉਹਨਾਂ ਦੇ ਜਵਾਬ ਮਿਲ ਸਕਣ। ਤੇ ਕਿਧਰੇ ਨਾ ਕਿਧਰੇ ਸਾਡੇ ਤੱਕ ਇਹ ਵੀ ਉਹਨਾਂ ਦੀ ਆਵਾਜ਼ ਜਿਹੜੀ ਪੁੱਜੀ ਹੈ, ਉਹਨਾਂ ਦਾ ਮੰਨਣਾ ਇਹ ਹੈ ਕਿ ਜਿਹੜੇ ਪਹਿਲੇ ਤੋਂ ਹੀ ਪ੍ਰਬੰਧਕ ਦੇ ਵਿੱਚ ਹੈਗੇ ਆ, ਸੇਵਾ ਨਿਭਾ ਰਹੇ ਆ, ਉਹਨਾਂ ਨੂੰ ਦੁਬਾਰਾ ਕਿਉਂ ਮੌਕਾ ਦਿੱਤਾ ਜਾਏ। ਤੇ ਮੈਂ ਚਾਹਾਂਗਾ ਕਿ ਤੁਸੀਂ ਇਸ ਦੇ ਉੱਪਰ ਵੀ ਦੱਸੋ ਕਿ ਤੁਹਾਡਾ ਕੀ ਸੋਚਣਾ ਇਸ ਚੀਜ਼ ਦੇ ਉੱਪਰ। ਬਿਲਕੁਲ ਸਹੀ ਤੁਹਾਡਾ ਸਵਾਲ ਹੈ ਕਿ ਦੁਬਾਰਾ ਕਿਉਂ ਮੌਕਾ ਦਿੱਤਾ ਜਾਏ, ਕਿਉਂਕਿ ਜਿਹੜੇ ਵੀ ਸਾਡੀ ਥੋੜ੍ਹੀ ਬਹੁਤੀ ਕਰਪਸ਼ਨ ਚੱਲ ਰਹੀ ਸੀ ਔਰ ਜਿਹੜਾ ਪੈਸੇ ਦਾ ਖੁਰਦ-ਬੁਰਦ ਕੀਤਾ ਜਾ ਰਿਹਾ ਸੀ, ਉਸ ਨੂੰ ਅਸੀਂ ਰੋਕਣ ਲਈ ਕਾਫੀ ਕਾਮਯਾਬ ਹੋਏ। ਮੈਂ ਜਿਸ ਤਰ੍ਹਾਂ ਪਹਿਲੇ ਤੁਹਾਨੂੰ ਦੱਸਿਆ ਕਿ ਕੁਝ ਐਸੇ ਮਸਲੇ ਹਨ ਜਿਹੜੇ ਕੌਮ ਦੇ ਨੇ, ਉਹ ਕਿਸੇ ਦੇ ਪਰਸਨਲ ਨਹੀਂ ਹੈ। ਮੈਂ ਪਰਸਨਲ ਕਿਸੇ ਉੱਪਰ ਅਟੈਕ ਵੀ ਨਹੀਂ ਕਰਦਾ ਹਾਂ। ਸਾਨੂੰ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ, ਤਾਂ ਹੀ ਜਾ ਕੇ ਇਹ ਮਸਲੇ ਸਾਡੇ ਹੱਲ ਹੋ ਸਕਦੇ ਹਨ। ਅਗਰ ਕੋਈ ਕਹੇ ਕਿ ਇਹ ਮਸਲਾ ਮੈਂ ਇਕੱਲਾ ਕਰ ਸਕਦਾ, ਨਹੀਂ ਕਰ ਸਕਦਾ। ਔਰ ਇਸ ਦੇ ਬਾਰੇ ਕੋਈ ਇੱਕ ਪ੍ਰੋਗਰਾਮ ਬਣਾਇਆ ਹੈ ਕਿ ਇਹ ਮਸਲੇ ਕਿਸ ਤਰ੍ਹਾਂ ਹੱਲ ਹੋ ਸਕਦੇ ਹਨ। ਦੇਖੋ, ਅਸੀਂ 11 ਮੈਂਬਰ ਇੱਥੋਂ ਇਲੈਕਟ ਹੋ ਕੇ ਜਾਂਦੇ ਹਾਂ ਔਰ ਮੈਨੂੰ ਪਤਾ ਹੈ ਕਿ ਅਸੀਂ 4 ਕਾਂਸਟੀਟਿਊਸ਼ਨ MLA ਦੀ ਕਾਂਸਟੀਟਿਊਂਸੀ ਹਨ, ਉਹਨਾਂ ਵਿੱਚੋਂ ਅਸੀਂ ਪੂਰਾ ਦਿਨ ਰਾਤ ਕਰਕੇ ਅਤੇ ਅਸੀਂ ਜਿੱਤ ਕੇ ਜਾਂਦੇ ਹਾਂ। ਔਰ ਜਿਸ ਵਕਤ ਉੱਥੇ ਜਾਂਦੇ ਹਾਂ ਸਾਨੂੰ ਕੋਈ ਪੁੱਛਦਾ ਨਹੀਂ ਹੈ। ਸਿਰਫ ਪ੍ਰਧਾਨ ਸੈਕਟਰੀ ਦੀ ਉੱਥੇ ਹੁੰਦੀ ਹੈ, ਜਿਹੜੇ ਵੀ ਹੈ, ਜਾਂ ਮੈਨੇਜਰ ਨੂੰ ਪਤਾ ਹੁੰਦਾ ਕਿ 3 ਬੰਦਿਆਂ ਨੂੰ ਪਤਾ, ਚੌਥੇ ਬੰਦੇ ਨੂੰ ਪਤਾ। ਲੇਕਿਨ ਅਸੀਂ ਇਹ ਚਾਹੁੰਦੇ ਹਾਂ, ਕਿਉਂਕਿ ਪਿਛਲੀ ਵਾਰੀ ਤਾਂ ਮੈਂ ਨਵਾਂ ਸਾਂ, ਮੈਨੂੰ ਪਤਾ ਨਹੀਂ ਸੀ। ਐਤਕੀ ਪਰਮਾਤਮਾ ਨੇ ਸੁੱਖ ਕੀਤਾ, ਸਾਡੀ ਕਮੇਟੀ ਵੀ ਬਣ ਜਾ ਰਹੀ ਹੈ ਔਰ ਸਾਡੇ ਸਾਰੇ ਬੰਦੇ ਤਕਰੀਬਨ 7-8 ਸੀਟਾਂ ਅਸੀਂ ਆਰਾਮ ਨਾਲ ਅਸੀਂ ਲੈ ਸਕਦੇ ਹਾਂ। ਔਰ ਉਸ ਦੀ ਵਜ੍ਹਾ ਨਾਲ ਅਗਰ ਸਾਡੀ ਕਮੇਟੀ ਆ ਗਈ, ਅਸੀਂ ਕੌਮ ਦੀ ਸੇਵਾ ਕਰਨੀ ਹੈ, ਨਾ ਕਿ ਕਿਸੇ ਪਰਸਨਲ ਕਿਸੇ ਦੀ ਕਰਨੀ ਹੈ। ਔਰ ਕਿਉਂਕਿ ਸਾਡੀ ਕੌਮ ਦੇ ਵਿੱਚ ਬਹੁਤ ਹੀ ਤੁਸੀਂ ਦੇਖਿਆ ਹੋਵੇਗਾ ਕਿ ਖਾਸ ਕਰਕੇ ਕੁਝ ਲੋਕ ਅੱਗੇ ਆਉਣਾ ਨਹੀਂ ਚਾਹੁੰਦੇ। ਔਰ ਅਸੀਂ ਇਹ ਚਾਹੁੰਦੇ ਹਾਂ ਕਿ ਜਿਤਨੇ ਵੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੰਮੂ ਦੇ ਵਿੱਚ ਜਿੰਨੇ ਗੁਰਦੁਆਰੇ ਹਨ ਡਿਸਟ੍ਰਿਕਟ ਜੰਮੂ ਦੇ ਵਿੱਚ, ਉਹਨਾਂ ਸਾਰਿਆਂ ਦੇ ਜਿਹੜੇ ਪ੍ਰਧਾਨ ਸੈਕਟਰੀ ਹੋਣਗੇ ਸਾਡੇ ਮੈਂਬਰ ਹੋਣਗੇ। ਇਹ ਮੈਂ ਪਹਿਲੀ ਦਫਾ ਕਿਉਂਕਿ ਮੈਨੂੰ ਇੱਥੇ ਮਹਿਸੂਸ ਹੋਇਆ ਹੈ ਕਿ ਜਦ ਤੱਕ ਸਾਡੀ ਕੌਮ ਇਕੱਠੀ ਨਹੀਂ ਹੋਏਗੀ ਅੰਦਰ ਕੁਝ ਨਹੀਂ ਹੋ ਸਕਦਾ। ਉਸ ਤੋਂ ਬਾਅਦ ਜਿੰਨੇ ਸਾਡੇ ਵਕੀਲ ਹਨ ਜਾਂ ਜਿੰਨੇ ਰੈਵਨਿਊ ਦੇ ਵਿੱਚ ਹਨ ਜਾਂ ਹੋਰ ਜਿੰਨੇ ਪੁਲਿਸ ਦੇ ਵਿੱਚ ਵੀ ਹਨ, ਜਿਹੜੇ ਲੋਕ ਸੇਵਾਵਾਂ ਦੇ ਸਕਦੇ ਹਨ, ਇਹਨਾਂ ਸਾਰਿਆਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਤੁਸੀਂ ਸਾਡੇ ਉਹਦੇ ਨਾਲ ਕੀ ਹੈ ਇਸ ਸਹਿਯੋਗ ਦਿਓ ਸਾਨੂੰ, ਤਾਂ ਕਿ ਜਿਹੜੇ ਸਾਡੇ ਸਿੱਖ ਕੌਮ ਦੇ ਮਸਲੇ ਹਨ ਉਹਨਾਂ ਨੂੰ ਅਸੀਂ ਕਰ ਸਕੀਏ, ਪੂਰਾ ਕਰ ਸਕੀਏ। ਨਾਲ ਹੀ ਅਸੀਂ ਪਿੰਡਾਂ ਵਿੱਚ ਦੇਖਿਆ ਹੈ, ਸਾਡੇ ਪਿੰਡਾਂ ਵਿੱਚ ਕੋਈ ਪ੍ਰਚਾਰ ਨਹੀਂ ਹੈ, ਨਾ यहाँ 6 ਸਾਲ 5 ਸਾਲ ਅੱਜ 7 ਸਾਲ ਹੋਣ ਲੱਗੇ ਨਾ, ਕੋਈ ਪ੍ਰਚਾਰ ਕੀਤਾ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਪਿੰਡਾਂ ਵਿੱਚ ਉਹਦੇ ਨਾਲ ਕਿ ਲੋਕਾਂ ਨੂੰ, ਗੁਰਦੁਆਰਿਆਂ ਨੂੰ ਅਸੀਂ ਮਾਲੀ ਸਹਾਇਤਾ ਕੀਤੀ ਹੈ, ਲੇਕਿਨ ਜਿਹੜਾ ਸਾਡਾ ਫਰਜ਼ ਸੀ ਧਰਮ ਪ੍ਰਚਾਰ ਦਾ, ਉਹ ਅਸੀਂ ਨਹੀਂ ਕਰ ਸਕੇ। ਔਰ ਮੈਂ ਆਪ ਜੀ ਨੂੰ ਇਹ ਵਾਅਦਾ ਦਿੰਦਾ ਹਾਂ, ਖਾਸ ਕਰਕੇ ਸਾਰੀ ਜਿੰਨੀ ਸਾਡੇ ਡਿਸਟ੍ਰਿਕਟ ਜੰਮੂ ਦੇ ਲੋਕ ਹਨ ਔਰ ਮੇਰੇ ਆਪਣੀ ਗੋਲਗੀਵਾਲ ਜਿਹੜੀ ਕੌਂਸਟੀਚੁਐਂਸੀ ਹੈ, ਮਾੜ ਦੇ ਬਲਾਕ ਹੈ, ਉਹਦੇ ਜਿੰਨੇ ਵੀ ਸਾਡੇ ਪਤਵੰਤੇ ਜਾਂ ਦੂਸਰੇ ਲੋਕ ਹਨ, ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਹਾਂ ਕਿ ਅਗਰ ਸਾਡੀ ਉਧਰ ਕਿ ਮੈਂ ਜਿੱਤ ਕੇ ਆ ਗਿਆ, ਔਰ ਮੈਂ ਤੁਹਾਨੂੰ ਇੱਕ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਜਿਤਨੇ ਹੀ ਪਿੰਡਾਂ ਦੇ ਵਿੱਚ ਗੁਰਦੁਆਰੇ ਹਨ, ਮੈਂ ਪਹਿਲੇ ਵੀ ਉੱਥੇ ਵੀ ਤੁਹਾਨੂੰ ਉਹਨਾਂ ਲੋਕਾਂ ਨੂੰ ਇਹ ਸੰਬੋਧਨ ਕੀਤਾ ਹੈ,
ਕਿ ਜਿੰਨੇ 4-4 5-5 ਇਲਾਕੇ ਦੇ ਗੁਰਦੁਆਰੇ ਹਨ, ਛੋਟੇ ਛੋਟੇ ਪਿੰਡ ਹਨ, ਉਹਨਾਂ ਵਿੱਚ ਇੱਕ ਸੈਂਟਰ ਬਣਾਇਆ ਜਾਏਗਾ ਤਾਂ ਕਿ ਉੱਥੇ ਪੰਜਾਬੀ ਪੜ੍ਹਾ ਸਕੀਏ, ਉੱਥੇ ਜਿਹੜਾ ਇਹਨਾਂ ਨੂੰ ਬਾਜੇ ਦੀ ਸਿਖਲਾਈ ਦੇ ਸਕੀਏ। ਅਗਰ ਕਿ ਕੋਈ ਉਹਦੇ ਨਾਲ ਕੀ ਹੈ ਢੋਲਕੀ ਉਹਦੇ ਨਾਲ ਕੀ ਹੈ ਆਪਣਾ ਤਬਲਾ ਵਜਾਉਣਾ ਚਾਹੁੰਦਾ ਹੈ, ਤਬਲੇ ਦੀ ਅਸੀਂ ਸਿਖਲਾਈ ਦੇਵਾਂਗੇ। ਔਰ ਉਸ ਤੋਂ ਬਾਅਦ ਹਰ 4-5 ਮਹੀਨੇ ਦੇ ਬਾਅਦ ਉੱਥੇ ਇੱਕ ਪ੍ਰੋਗਰਾਮ ਕਰਾਂਗੇ ਹਰ ਇੱਕ ਪਿੰਡ ਵਿੱਚ, ਔਰ ਨਾਲ ਹੀ ਅਸੀਂ ਅੰਮ੍ਰਿਤ ਸੰਚਾਰ ਵੀ ਕਰਾਇਆ ਜਾਏਗਾ ਤਾਂ ਕਿ ਉਹਦੇ ਨਾਲ ਜਿਹੜੀ ਕੌਮ ਹੈ ਜਾਗਰੂਕ ਹੋ ਸਕੇ। ਨਾਲੇ ਉੱਥੇ ਜਦੋਂ ਪ੍ਰੋਗਰਾਮ ਹੋਏਗਾ ਉਸੇ ਦਿਨ ਅੰਮ੍ਰਿਤ ਸੰਚਾਰ ਦਾ ਹੀ ਪ੍ਰਬੰਧ ਕੀਤਾ ਜਾਏਗਾ ਵੱਡੇ ਲੈਵਲ 'ਤੇ, ਜਿੰਨੇ ਹੀ ਪਿੰਡ ਹੋਣਗੇ ਉਸ ਏਰੀਏ ਦੇ, ਔਰ ਉਹਨਾਂ ਨੂੰ ਅਸੀਂ ਆਪਣੇ ਲੈਵਲ 'ਤੇ ਆਪਣਾ ਡਿਸਟ੍ਰਿਕਟ ਕਮੇਟੀ ਦੇ ਖਰਚੇ 'ਤੇ ਸਾਰਾ ਇਹ ਪ੍ਰਬੰਧ ਕੀਤਾ ਜਾਏਗਾ। ਔਰ ਨਾਲ ਹੀ ਜਿਹੜੇ ਵੀ ਸਾਡੇ ਵਿਡੋਜ਼ ਹਨ, ਖਾਸ ਕਰਕੇ ਜਿਨ੍ਹਾਂ ਲੋਕਾਂ ਦੇ ਕੋਲ ਸਾਡੀ ਕੌਮ ਦੇ ਵਿੱਚ ਬੜੀ ਇੱਕ ਮੈਂ ਦੇਖੀ ਹੈ ਕਿ ਜਿਸ ਵੇਲੇ ਕਰੋਨਾ ਦੇ ਵਿੱਚ ਤਨ ਕੇ ਪੈਸੇ ਵਰਤਿਆ ਹੈ, ਉਸ ਵਕਤ ਵੀ ਇਹ ਜਿਹੜਾ ਕੀਤਾ ਪ੍ਰੋਗਰਾਮ ਕੀਤਾ ਹੈ ਔਰ ਇਹ ਰਾਸ਼ਨ ਅਸੀਂ ਵੰਡਿਆ। ਔਰ ਸਾਨੂੰ ਇਹ ਹੈ ਕਿ ਸਾਡੀ ਸਿੱਖ ਕੌਮ ਦੇ ਲੋਕ ਬਹੁਤ ਘੱਟ ਆਉਂਦੇ ਨੇ ਅੱਗੇ, ਔਰ ਉਹ ਹੱਥ ਨਹੀਂ ਫੈਲਾਉਂਦੇ। ਇਸ ਵਾਸਤੇ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਲੋਕਾਂ ਦੀ ਸ਼ਨਾਖਤ ਕਰੀਏ। ਇਹ ਜਿਹੜੀ ਅਸੀਂ ਤੁਹਾਨੂੰ ਦੱਸਿਆ ਡਿਸਟ੍ਰਿਕਟ ਕਮੇਟੀ ਜਿਹੜੇ ਹਰ ਇੱਕ ਗੁਰਦੁਆਰੇ ਦੇ ਉਦਣ ਪ੍ਰਬੰਧਕ ਅਸੀਂ ਕਿਉਂ ਲੈ ਰਹੇ ਹਾਂ ਤਾਂ ਕਿ ਉਹ ਆਪਣੇ ਇਲਾਕੇ ਦੀ ਸਾਨੂੰ ਸੇਵਾਵਾਂ ਦੱਸਣ ਕਿ ਭਾਈ ਉਸ ਇਲਾਕੇ ਵੀ ਕਿੰਨੇ ਲੋਕ ਸਾਡੇ ਐਸੇ ਲੋਕ ਹਨ ਜਿਨ੍ਹਾਂ ਦੀ ਕੋਈ ਉਹਦੇ ਨਾਲ ਕੀ ਸਹਾਇਤਾ ਨਹੀਂ ਕਰ ਰਿਹਾ, ਔਰ ਉਹ ਮਕੇ ਐਸੇ ਹਨ ਕਿ ਜਿਹੜੇ ਉਹ ਮਕੇ ਕਿਸੇ ਕੋਲ ਮੰਗ ਵੀ ਨਹੀਂ ਰਹੇ, ਔਰ ਉਹਨਾਂ ਦੀ ਹਾਲਾਤ ਭੈੜੀ ਹੈ। ਬਿਲਕੁਲ ਜਿੱਦਾਂ ਕਿ ਵੀਰ ਜੀ ਹੋਰਾਂ ਨੇ ਆਪਣੇ ਵਿਚਾਰ ਰੱਖੇ ਹਨ ਕਿ ਸਿੱਖ ਕੌਮ ਨੂੰ ਕਿਧਰੇ ਨਾ ਕਿਧਰੇ ਇੱਕ ਇਸ ਵਕਤ ਜਿਹੜੀ ਹੈ ਇਕਜੁੱਟਤਾ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਸਾਡਾ ਕੰਮ ਸਿਰਫ ਇਹੀ ਨਹੀਂ ਹੈ ਕਿ ਪ੍ਰਬੰਧਕ ਜਿਹੜੇ ਨੁਮਾਇੰਦੇ ਉਹਨਾਂ ਨੂੰ ਜਿਤਾ ਕੇ ਇੱਕ ਕਮੇਟੀ ਦੇ ਵੱਲ ਤੋਰਿਆ ਜਾਏ। ਸਾਡਾ ਇਹ ਵੀ ਫਰਜ਼ ਬਣਦਾ ਹੈ ਕਿ ਜਿਸ ਨੁਮਾਇੰਦੇ ਨੂੰ ਆਪਾਂ ਜਿਤਾ ਕੇ ਭੇਜਿਆ ਇੱਕ ਮੁੱਦੇ ਵੀ ਉਹਨਾਂ ਤੱਕ ਰੱਖ ਸਕੀਏ, ਉਹਨਾਂ ਦੇ ਤੱਕ ਪਹੁੰਚਾ ਸਕੀਏ ਕਿ ਕਿਹੜੀ ਜ਼ਰੂਰਤ ਹੈ। ਤੇ ਵੀਰ ਜੀ ਜਿੱਦਾਂ ਕਿ ਤੁਸੀਂ ਦੱਸਿਆ ਇੱਕ ਬੜਾ ਹੀ ਮੇਨ ਇਸ਼ੂ ਦੇ ਬਾਰੇ ਵੀ ਤੁਸੀਂ ਡਿਸਕਸ ਕੀਤੀ ਹੈ ਕਿ ਜਿਹੜੀ ਵਿਡੋਜ਼ ਹਨ ਜਿਨ੍ਹਾਂ ਕੋਲ ਫਾਈਨੈਂਸ਼ਲੀ ਜਿਨ੍ਹਾਂ ਨੂੰ ਸਪੋਰਟ ਨਹੀਂ ਹੈ ਉਹਦੇ ਉੱਪਰ ਤੁਸੀਂ ਉਹਨਾਂ ਦੀ ਹੈਲਪ ਕਰੋਗੇ। ਤੇ ਮੈਂ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਵੀਰ ਜੀ ਹੋਰਾਂ ਨੇ ਵੀ ਦੱਸਿਆ ਇਸ ਦੇ ਬਾਰੇ ਦੇ ਵਿੱਚ ਅਗਰ ਐਸੇ ਕੋਈ ਕੇਸਿਸ ਹੁੰਦੇ ਵੀ ਹਨ ਤੁਸੀਂ ਸੰਗਤ ਦਾ ਹੀ ਵੱਧ ਚੜ੍ਹ ਕੇ ਉਹਨਾਂ ਦੇ ਸਾਹਮਣੇ ਲੈ ਕੇ ਆਣੇ ਬਣਦੇ ਵੀ ਹਨ ਤਾਂ ਕਿ ਉਹਨਾਂ ਦੀ ਸੇਵਾ ਹੋ ਸਕੇ, ਕਿਉਂਕਿ ਸਾਡੇ ਵੀ ਗੁਰੂ ਸਾਹਿਬ ਨੇ ਸਾਨੂੰ 13 ਦਾ ਹੀ ਹੁਕਮ ਦਿੱਤਾ ਹੈ, ਲੈਣਾ ਸਿੱਖਿਆ ਨਹੀਂ ਹੈ। ਤੇ ਕਿਤੇ ਨਾ ਕਿਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਐਸੀ ਫੈਮਿਲੀਜ਼ ਨੂੰ ਵੱਧ ਚੜ੍ਹ ਕੇ ਸਪੋਰਟ ਕਰੀਏ ਤਾਂ ਕਿ ਜ਼ਰੂਰਤਮੰਦ ਤੱਕ ਜਿਹੜੀ ਹੈ ਜ਼ਰੂਰਤ ਪਹੁੰਚਾ ਸਕੀਏ। ਤੇ ਵੀਰ ਜੀ ਜਿਹੜਾ ਮੈਂ ਪਹਿਲਾਂ ਹੀ ਦੱਸਿਆ ਤੁਹਾਡੇ ਸਾਹਮਣੇ ਕਿ ਇਕਜੁੱਟਤਾ, ਤੇ ਤੁਸੀਂ ਉਹਦੇ ਬਾਰੇ ਕੀ ਸਮਝਦੇ ਹੋ? ਕਿਉਂਕਿ ਇਹ ਕਿਸੇ ਪਿੰਡ ਦੀ ਇਲੈਕਸ਼ਨ ਨਹੀਂ ਹੈ, ਕਿਸੇ ਬਲਾਦਰ ਦੀ ਇਲੈਕਸ਼ਨ ਨਹੀਂ ਹੈ, ਇਹ ਪੂਰੀ ਇਲਾਕੇ ਦੀ ਇਲੈਕਸ਼ਨ ਹੈ, ਗੁਰਦੁਆਰੇ ਪ੍ਰਬੰਧਕ ਦੀ ਜਿਹੜੀ ਇਲੈਕਸ਼ਨ ਹੈ, ਇਹਦੇ ਬਾਰੇ ਵੀ ਤੁਸੀਂ ਕੀ ਸੋਚਦੇ ਹੋ? ਦੇਖੋ ਅਸੀਂ ਇੱਕ ਚੀਜ਼ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਇਕਜੁੱਟਤਾ ਹੋਣੀ ਚਾਹੀਦੀ ਹੈ, ਦੁਬਦਾ ਵਿੱਚੋਂ ਦੂਰ ਹੋਣਾ ਚਾਹੀਦਾ ਹੈ। ਖਾਸ ਕਰਕੇ ਇਲੈਕਸ਼ਨ ਇੱਕ ਦਿਨ ਆਉਣੀ ਹੈ, 27 ਤਰੀਕ ਨੂੰ ਆਉਣੀ ਹੈ, ਖਤਮ ਹੋ ਜਾਣੀ ਹੈ। ਔਰ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਕੌਮ ਦੀ ਜਿਹੜੀ ਹੈ ਪਗੜੀ ਅਸੀਂ ਜਿਹੜੀ ਹੈ ਸੰਭਾਲ ਕੇ ਰੱਖੀਏ, ਇੱਕ ਦੂਜੇ ਉੱਪਰ ਚਿੱਕੜ ਨਾ ਉਛਾਲੀਏ। ਚਿੱਕੜੋਂ ਲੋਕ ਉਛਾਲਦੇ ਹਨ ਜਿਹੜੇ ਕਿ ਸਮਝਦੇ ਨੇ ਕਿ ਅਸੀਂ ਜਾਂ ਤਾਂ ਉਹਦੇ ਨਾਲ ਕੀ ਹੈ ਸਾਡੀ ਬਰਾਦਰੀ ਭਾਈਚਾਰੇ ਤੋਂ ਦੂਰ ਹਨ ਜਾਂ ਉਹਨਾਂ ਦੀ ਕੋਈ ਦਿਮਾਗੀ ਪਰੇਸ਼ਾਨੀ ਹੈ, ਹੋ ਸਕਦਾ ਹੈ। ਉਸ ਬੇਸ 'ਤੇ ਦੇਖੋ ਇਹ ਮੈਂ ਕਹਿ ਨਹੀਂ ਸਕਦਾ ਕਿ ਐਸੇ ਚੱਕਰ ਵੀ ਉਛਾਲੇ ਜਾ ਰਹੇ ਹਨ ਕਿ ਜਿਹੜੇ ਕਿ ਨਹੀਂ ਉਛਾਲੇ ਜਾਣੇ ਚਾਹੀਦੇ, ਜਿਨ੍ਹਾਂ ਦਾ ਕੋਈ ਹੈ ਹੀ ਨਹੀਂ, ਲੈਣਾ ਦੇਣਾ ਹੀ ਨਹੀਂ। ਇਲੈਕਸ਼ਨ ਮੈਂ ਲੜ ਰਿਹਾ, ਚੱਕਰ ਕਿਸੇ ਅਗਰ ਹੋਰ ਉੱਪਰ ਉਛਾਲੋਗੇ ਤਾਂ ਤੁਸੀਂ ਇਹ ਸਮਝੋਗੇ ਕਿ ਕਿਤਨੇ ਵੱਡੀ ਤਾਂ ਸੋਚ ਦਾ ਮਾਲਕ ਹੋਏਗਾ ਉਹ। ਇਹ ਗੁਰੂ ਘਰ ਦੀ ਇਲੈਕਸ਼ਨ ਹੈ, ਇਹ ਕੋਈ MLA ਦੀ ਇਲੈਕਸ਼ਨ ਨਹੀਂ ਹੈ, ਇਹ ਕੋਈ ਤਾਂ ਕਿ ਉਹਦੀ ਕਾਰਪੋਰੇਟਰ ਦੀ ਇਲੈਕਸ਼ਨ ਨਹੀਂ ਹੈ, ਉਹ ਕਿਸੇ ਹੋਰ ਦੀ ਇਲੈਕਸ਼ਨ ਨਹੀਂ ਹੈ। ਇਸ ਵਾਸਤੇ ਅਸੀਂ ਇਹ ਚਾਹੁੰਦੇ ਹਾਂ ਕਿ ਐਸੀ ਉਦੋਂ ਕੀ ਹੈ ਜਿਹੜਾ ਇਹ ਹੈ ਸਾਰੇ ਅਸੀਂ ਦੁਬਦਾ ਵਿੱਚ ਜਿਹੜੇ ਪਏ ਹੋਏ ਹਾਂ, ਅਸੀਂ ਇਹ ਕੌਮ ਨੂੰ ਇਕੱਠਾ ਕਰਨਾ ਹੈ। ਔਰ ਇਹ ਅਸੀਂ ਮੈਂ ਤੁਹਾਨੂੰ ਇਹ ਪ੍ਰੋਮਿਸ ਕਰਦਾ ਕਿ ਅਸੀਂ ਇਹ ਜਿੰਨਾ ਵੀ ਹੈ ਇਹ ਸਾਰੇ ਨੂੰ ਇਕਜੁੱਟ ਕਰਕੇ ਕੌਮ ਨੂੰ, ਔਰ ਜਿਹੜੇ ਕੌਮ ਦੇ ਮਸਲੇ ਨੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ, ਨਾ ਕਿ ਉਦੋਂ ਕਿ ਕੋਈ ਐਸੇ ਉਦੋਂ ਵਿਵਾਦਾਂ ਨਹੀਂ ਪਵਾਂਗੇ ਜਿਹਦੇ ਨਾਲ ਉਦੋਂ ਕੌਮ ਦਾ ਨੁਕਸਾਨ ਹੋਏਗਾ। ਬਿਲਕੁਲ ਜਿੱਦਾਂ ਕਿ ਤੁਸੀਂ ਹਰ ਇੱਕ ਵਿਚਾਰ ਸੰਗਤ ਤੱਕ ਸਾਂਝੇ ਕੀਤੇ ਹਨ। ਤੇ ਆਖਿਰ ਦੇ ਵਿੱਚ ਮੈਂ ਇਹੀ ਜਾਣਨਾ ਚਾਹਾਂਗਾ ਕਿ ਕੁਝ ਪੁੱਛਣ ਤੋਂ ਅਸਮਰਥ ਰਹਿ ਗਿਆ ਹਾਂ, ਤੁਸੀਂ ਉਹ ਚੀਜ਼ ਦੇ ਬਾਰੇ ਦੇ ਵਿੱਚ ਵੀ ਦੱਸ ਦਿਓ ਤਾਂ ਕਿ ਜਿਹੜੇ 27 ਤਰੀਕ ਵੋਟਰਸ ਵੋਟ ਪਾਉਣ ਨੂੰ ਜਿਹੜੀ ਸੰਗਤ ਉੱਥੇ ਆਏਗੀ ਤੇ ਉਹ ਕਿਹੜੇ ਚੋਣ ਨਿਸ਼ਾਨ 'ਤੇ ਆਏਗੀ, ਤੁਸੀਂ ਉਸ ਦੇ ਬਾਰੇ ਦੇ ਵਿੱਚ ਵੀ ਅਖੀਰ ਦੇ ਵਿੱਚ ਦੱਸ ਦਿਓ ਸੰਗਤ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਵੀ ਦੱਸ ਦਿਆਂ, ਜਿੱਥੇ ਅਸੀਂ ਵਿਡੋ ਵਾਸਤੇ ਕੀਤਾ ਉੱਥੇ ਜਿਹੜੇ ਸਾਡੇ ਉਧਰ ਕੀ ਹੈ ਗਰੀਬ ਬੱਚੇ ਨੇ ਜਿਹੜੇ ਕਿ ਆਪਣਾ ਨਹੀਂ ਉਧਰ ਪੜ੍ਹ ਸਕਦੇ, ਉਹਨਾਂ ਵਾਸਤੇ ਵੀ ਅਸੀਂ ਜਿਹੜੀ ਹਾਇਰ ਐਜੂਕੇਸ਼ਨ ਹੈ
ਔਰ ਕਈ ਬੱਚੇ ਨਹੀਂ ਉਦਾਂ ਕੀ ਹੈਗਾ ਉਹ ਐਫਰਟ ਕਰ ਸਕਦੇ ਨੇ। ਅਸੀਂ ਉਹਨਾਂ ਵਾਸਤੇ ਵੀ ਪੂਰਾ ਸਹਿਯੋਗ ਕਰਾਂਗੇ ਉਹਨਾਂ ਦਾ, ਖਾਸ ਕਰ ਡਿਸਟ੍ਰਿਕਟ ਕਮੇਟੀ ਉਹਨਾਂ ਦਾ ਵੀ ਕਰੇਗੀ। ਖਾਸ ਕਰਕੇ ਜਿਹੜੇ ਪਲੇ ਗਰਾਊਂਡ ਸਾਡੇ ਬੱਚੇ ਨੇ ਜਿਹੜੇ ਖੇਡਣ ਵਾਲੇ ਨੇ ਉਹ ਵੀ ਅਗਰ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ ਅਸੀਂ ਉਹਨਾਂ ਨੂੰ ਪਿੱਛੇ ਨਹੀਂ ਹਟਾਂਗੇ। ਇਹ ਜਿਹੜੇ ਮਸਲੇ ਹਨ ਖਾਸ ਕਰਕੇ ਆਪਣੀ ਕੌਮ ਨੂੰ ਚੁੱਕਣ ਵਾਸਤੇ ਅਸੀਂ ਸਾਰੇ ਹੀ ਇਹ ਮਸਲੇ ਜਿਹੜੇ ਹੱਲ ਕਰਾਂਗੇ ਤਾਂ ਕਿ ਉਦੋਂ ਕੀ ਹੈ ਇਹ ਜਿੰਨੇ ਬੱਚੇ ਸਾਡੇ ਖਿਲਾੜੀ ਹਨ ਜਾਂ ਕੁਛ ਉਦੋਂ ਕਿ ਜਿਸ ਤਰ੍ਹਾਂ ਪੜ੍ਹਨਾ ਚਾਹੁੰਦੇ ਨੇ ਇਹਨਾਂ ਸਾਰਿਆਂ ਨੂੰ ਪੂਰੀ ਸਪੋਰਟ ਕਰੇਗੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ। ਔਰ ਮੈਂ ਆਖਰ ਵਿੱਚ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਵੀ ਕਰਦਾ ਔਰ ਖਾਸ ਕਰਕੇ ਸੰਗਤ ਦਾ ਵੀ ਸ਼ੁਕਰੀਆ ਕਰਦਾ। ਔਰ ਮੈਂ ਆਸ ਕਰਦਾ ਕਿ 27 ਤਰੀਕ ਨੂੰ 7 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੀ ਇਹ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ ਆਪ ਪੂਰਾ ਉਦੋਂ ਕਿ ਸਹਿਯੋਗ ਕਰੋ ਔਰ ਵੱਧ ਤੋਂ ਵੱਧ ਆਪਣੇ ਉਦੋਂ ਕੀ ਹੈ ਆਪਣੀ ਵੋਟ ਦਾ ਉਦੋਂ ਹੱਕ ਤੁਸੀਂ ਦਿਓਗੇ ਤਾਂ ਕਿ ਉਦੋਂ ਕੀ ਹੈ ਇਹ ਜਿਹੜਾ ਕਿ ਤੁਹਾਡੀ ਵੋਟ ਹੈ ਇਹ ਪੈ ਸਕੇ ਔਰ ਇੱਕ ਅੱਛਾ ਇਨਸਾਨ ਤੁਸੀਂ ਚੁਣ ਸਕੋ। ਔਰ ਇਸ ਨਾਲ ਹੀ ਉਦੋਂ ਕੀ ਹੈ ਮੇਰਾ ਜਿਹੜਾ ਚੋਣ ਨਿਸ਼ਾਨ ਹੈ ਉਹ ਸਿਲੰਡਰ ਹੈ। ਔਰ ਆਪ ਜੀ ਸਾਰਿਆਂ ਅੱਗੇ ਬੇਨਤੀ ਹੈ, ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪ ਜੀ ਸਿਲੰਡਰ 'ਤੇ ਮੋਹਰ ਲਾ ਕੇ ਦਾਸ ਨੂੰ ਕਾਮਯਾਬ ਕਰੋਗੇ ਔਰ ਇਹ ਜਿਹੜੇ ਮਸਲੇ ਰਹਿੰਦੇ ਹਨ ਸਿੱਖ ਕੌਮ ਦੇ ਔਰ ਜਿਹੜੇ ਅਸੀਂ ਚੁੱਕੇ ਹਨ ਇਹਨਾਂ ਨੂੰ ਅਸੀਂ ਪੂਰਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਦਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਮੁੱਦੇ ਤੁਹਾਡੇ ਸਾਹਮਣੇ ਰੱਖੇ ਹਨ, ਚਾਹੇ ਉਹ ਵਿਡੋ ਪੈਨਸ਼ਨਸ ਦੇ ਉੱਪਰ ਹੋਏ ਚਾਹੇ ਉਹ ਬੱਚਿਆਂ ਦੇ ਉੱਪਰ ਹੋਏ। ਤੁਸੀਂ ਵੀ ਵੱਧ ਤੋਂ ਵੱਧ ਜਿਹੜੇ ਨਾ ਪ੍ਰਬੰਧਕਾਂ ਤੱਕ ਇਹ ਜਿਹੜੀ ਜ਼ਰੂਰੀ ਸੂਚਨਾ ਹੈ ਉਹਨਾਂ ਤੱਕ ਪਹੁੰਚਾਉਣੀ ਤੁਹਾਡਾ ਫਰਜ਼ ਵੀ ਬਣਦਾ ਹੈ ਤਾਂ ਕਿ ਵੋਟ ਤੋਂ ਬਾਅਦ ਵੀ ਤੁਸੀਂ ਗੁਰੂ ਘਰ ਨਾਲ ਜੁੜੇ ਰਹੋ। ਤੇ ਸਾਡੀ ਵੀ ਇਹ ਪੁਰਜ਼ੋਰ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਨੁਮਾਇੰਦੇ ਦੀ ਸੋਚ ਤੁਹਾਡੇ ਤੱਕ ਪਹੁੰਚਾ ਸਕੀਏ। ਤੇ ਇੰਨਾ ਹੀ ਕਹਿੰਦਾ ਹੋਇਆ ਤੁਹਾਡੇ ਤੋਂ ਅਸੀਸਾਂ ਮੰਗਾਂਗਾ ਜੀ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रंग